ਮਾਇਆ ਤਾਂ ਬੜੀ ਆ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਕੋਲੇ, ਤੇ ਤੁਸੀਂ ਕਹਿ ਰਹੇ ਹੋ ਵੀ ਮਾਇਆ ਹੈ ਨਹੀਂ ਸਾਡੇ ਕੋਲੇ। ਉਹ ਫਿਰ ਮੈਂ ਜਰਨਲਿਸਟ ਦੇ ਉੱਤੇ ਬਹੁਤ ਖਰਚਾ ਕਰਦਾ ਜੀ। ਇਹਨਾਂ ਨੂੰ ਇਹ ਡਰਾਮੇ ਦਿਖਾਉਂਦਾ, ਚੰਗੇ ਹੋਟਲਸ ਦੇ ਵਿੱਚ ਠਹਿਰਾਉਂਦਾ। ਆਮ ਆਦਮੀ ਪਾਰਟੀ ਦੇ ਲਈ 2,000 ਡਾਲਰ ਇਕੱਠਾ ਕੀਤਾ ਸੀਗਾ ਤੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੀਗਾ। ਸਿੱਖ ਬਾਹਰ ਦੇ ਬਹੁਤ ਪੈਸਾ ਖਰਚ ਰਹੇ ਹੈ ਹਿੰਦੂਤਵਾ ਦੇ ਹਿੱਤ ਦੇ ਵਿੱਚ। ਤੁਸੀਂ ਐਂ ਤਾਂ ਨਾ ਕਹੋ ਬਾਹਰ ਵਾਲੇ ਤੁਹਾਨੂੰ ਵੀ ਬੜਾ ਪੈਸਾ ਭੇਜਦੇ ਆ। ਜਿਵੇਂ ਬਗਰਾੜੀ ਤੁਸੀਂ ਮੋਰਚੇ ਤੇ ਬੈਠੇ ਹੋ, ਉਹੋ ਜਿਹਾ ਇੱਕ ਧਰਨਾ ਜਾਂ ਇੱਕ ਮੋਰਚਾ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਅੱਗੇ ਸਿਸਮਾ ਅੱਗੇ ਕਿਉਂ ਨਹੀਂ ਲਾਉਂਦੇ, ਜਾਂ ਉਹਨਾਂ ਦੀ ਕੋਠੀ ਅੱਗੇ ਜਾਂ ਪਟਿਆਲੇ ਮਹਿਲਾਂ ਅੱਗੇ ਕਿਉਂ ਨਹੀਂ ਲੱਗਦਾ? ਇਹ ਤਾਂ ਨਹੀਂ ਮੈਂ ਦੱਸ ਸਕਦਾ ਜੀ। 117 ਹਲਕੇ ਨੇ ਪੰਜਾਬ ਦੇ ਵਿੱਚ, 117 ਦੇ ਉੱਤੇ ਮਾਨ ਦਲ ਜਾਂ ਆਪਾਂ ਕਹਿ ਦਈਏ ਅੰਮ੍ਰਿਤਸਰ ਮਾਨ ਇਲੈਕਸ਼ਨਸ ਲੜੂਗਾ। ਹਾਂ ਲੜਾਂਗੇ ਅਸੀਂ, ਸਾਡੀ ਪੂਰੀ ਤਿਆਰੀ ਹੈ ਜੀ। ਇਲੈਕਸ਼ਨ ਲੜਨ ਲਈ ਵੀ ਮਾਨ ਸਾਹਿਬ ਕਿਹਾ ਜਾਂਦਾ ਵੀ ਕਾਫੀ ਪੈਸਾ ਪੂਸਾ ਚਾਹੀਦਾ, ਫਿਰ ਕਿਵੇਂ ਗੱਲ ਬਣੂ? ਸਮੇਤ ਸੈਣੀ ਨੇ ਗੋਲੀ ਵੀ ਸਾਡੇ ਉੱਤੇ ਚਲਾਈ, ਸਾਡੇ ਤੇ ਲਾਠੀਚਾਰਜ ਵੀ ਕੀਤਾ, ਮੇਰੇ ਕੱਪੜੇ ਵੀ ਪਾੜਤੇ। ਲੋਕਾਂ ਦਾ ਟਰਸਟ ਨਹੀਂ ਤੁਸੀਂ ਜਿੱਤ ਸਕੇ ਹੋਏ, ਵੋਟ ਪਰਸੈਂਟੇਜ ਆਈ ਵਾਰ ਘਟ ਜਾਂਦਾ ਹੈਗਾ, ਕਾਰਨ ਕੀ ਰਹਿੰਦਾ ਹੈਗਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਜਿੱਥੇ ਪੰਜਾਬ 'ਚ ਇੱਕ ਪਾਸੇ ਸਿਆਸਤ ਗਰਮਾਈ ਹੋਈ ਆ, ਉੱਥੇ ਹੀ ਜੇ ਅਸੀਂ ਪੰਜਾਬ ਦੀ ਮੌਜੂਦਾ ਸਰਕਾਰ ਦੀ ਗੱਲ ਕਰਦੇ ਹਾਂ, ਯਾਨੀ ਕਿ ਕਾਂਗਰਸ ਪਾਰਟੀ ਦੀ ਗੱਲ ਹੁੰਦੀ ਆ, ਪਿਛਲੇ ਦਿਨੀ ਤਸਵੀਰਾਂ ਆਉਂਦੀਆਂ ਵੀ ਸਮੇਤ ਸਿੰਘ ਸੈਣੀ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਹੈਗਾ। ਉਸ ਤੋਂ ਬਾਅਦ ਵੀਡੀਓਜ਼ ਬਾਹਰ ਆਉਂਦੀਆਂ ਆਈਆਂ, ਜੇਲ੍ਹ ਦੇ ਬਾਹਰੋਂ ਸ਼ਾਟ ਆਉਂਦੇ ਨੇ ਜਾਂ ਅੰਦਰੋਂ ਵਿਜੀਲੈਂਸ ਡਿਪਾਰਟਮੈਂਟ ਦੀਆਂ ਜਿਹੜੀਆਂ ਤਸਵੀਰਾਂ ਆਉਂਦੀਆਂ ਆਈਆਂ ਉਹ ਕੁਛ ਹੋਰ ਹੀ ਬਿਆਨ ਕਰਦੀਆਂ ਆਈਆਂ। ਤੇ ਜੇ ਗੱਲ ਕਰਦੇ ਹਾਂ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਵਾਅਦੇ ਕੀਤੇ ਹੋਏ ਸੀ, ਉਹ ਵਾਅਦਿਆਂ ਦਾ ਕੀ ਬਣਿਆ, ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਤੇ ਦੂਜੇ ਪਾਸੇ ਜੇ ਅਸੀਂ ਦੇਖਦੇ ਹਾਂ, ਇੱਕ ਪਾਸੇ ਕਰਨਾਲ ਦੀ ਜਿਹੜੀ ਘਟਨਾ ਸਾਹਮਣੇ ਆਉਂਦੀ ਆ, ਜਾਂ ਬੀਜੇਪੀ ਦੇ ਜਿਹੜੇ ਲੀਡਰ ਨੇ, ਚਾਹੇ ਉਹ ਸੁਰਜੀਤ ਕੁਮਾਰ ਜੈਣੀ ਹੋਣ, ਚਾਹੇ ਉਹ ਹਰਜੀਤ ਗਰੇਵਾਲ ਹੋਣ, ਤੇ ਉਹਨਾਂ ਦਾ ਇੱਥੇ ਤੱਕ ਕਹਿਣਾ ਗਾ ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਉਹ ਬੀਜੇਪੀ ਹੀ ਬਣਾਊਗੀ। ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ। ਮਾਨ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਪਹਿਲਾ ਪ੍ਰਸ਼ਨ ਤਾਂ ਇਹੀ ਆ, ਸਮੇਤ ਸਿੰਘ ਸੈਣੀ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਖਾਸ ਕਰਕੇ ਜਿਹੜੀ ਉਹ ਵੀਡੀਓ ਸਾਹਮਣੇ ਆਈ ਆ, ਤੁਸੀਂ ਦੇਖੀ ਹੋਊਗੀ, ਉਹ ਜੇਲ੍ਹ ਦੇ ਅੰਦਰ ਡਿੱਗ ਪੈਂਦੇ ਨੇ, ਕਹਿੰਦੇ ਦੌਰਾ ਪੈ ਗਿਆ ਸੀ, ਉਹ ਚੀਜ਼ਾਂ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਗਾ ਵੀ ਇਹ ਚੀਜ਼ਾਂ ਵੈਸੇ ਹੀ ਲੀਕ ਆਊਟ ਕੀਤੀਆਂ ਗਈਆਂ ਸਿੰਪਥੀ ਲੈਣ ਲਈ, ਜਾਂ ਕੋਈ ਚੱਕਰ ਹੋਰ ਆ? ਦੇਖੋ, ਮੈਂ ਵੀ IPS ਅਫਸਰ ਰਿਹਾ ਜੀ। ਮੈਨੂੰ ਤਾਂ ਜੇਲ੍ਹ ਦੇ ਵਿੱਚ ਗਸ਼ ਨਹੀਂ ਪਈ, ਨਾ ਮੈਨੂੰ ਹਵਾਲਾਟ ਦੇ ਵਿੱਚ ਗਸ਼ ਪਈ ਹੈ ਜੀ। ਕਿਉਂ ਕਰਕੇ ਮੈਂ ਤਕੜਾ ਸੀਗਾ। ਇਹ ਕਮਜ਼ੋਰ ਆਦਮੀ ਜਿਹੜੇ ਹੁੰਦੇ ਆ, ਹਿਟਲਰ ਵਰਗੇ ਜੀ, ਇਹ ਫਿਰ ਜ਼ੁਲਮ ਕਰਕੇ ਇਹ ਫਿਰ ਖੜ ਨਹੀਂ ਸਕਦੇ ਹੈਗੇ। ਜਾਂ ਤਾਂ ਇਹ ਖੁਦਕਸ਼ੀ ਕਰ ਲੈਂਦੇ ਆ, ਜਾਂ ਜਿਵੇਂ ਤੁਸੀਂ ਦੱਸਿਆ ਕਿ ਸੈਣੀ ਡਿੱਗਦਾ ਫਿਰਦਾ ਸੀਗਾ ਹਵਾਲਾਟ ਦੇ ਵਿੱਚ। ਸੋ ਇਹ ਜਿਹੜੀ ਕਮਜ਼ੋਰੀ ਹੈ ਇਹ ਪਹਿਲਾਂ ਪੂਰੀ ਕਰ ਲੈਣੀ ਚਾਹੀਦੀ ਹੈ, ਤੇ ਬਾਅਦ ਦੇ ਵਿੱਚ ਹਿਟਲਰ ਵਰਗਾ ਤੇ ਜ਼ਾਲਮਾਂ ਵਰਗਾ ਕੰਮ ਕਰਨਾ ਚਾਹੀਦਾ ਹੈ, ਤੇ ਬੰਦੇ ਬਣ ਕੇ ਸਾਹਮਣਾ ਕਰਨਾ ਪੈਂਦਾ ਜੋ ਕੁਛ ਤੁਸੀਂ ਕੀਤਾ। ਮੈਂ ਸਮਝਦਾ ਕਿ ਸੈਣੀ ਇੱਕ ਬਹੁਤ ਕਮਜ਼ੋਰ ਬੁਜ਼ਦਿਲ ਆਦਮੀ ਹੈ, ਜਿਸ ਨੇ ਇੰਡੀਅਨ ਹਕੂਮਤ ਦੀ ਢਾਲ ਲੈ ਕੇ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕੀਤਾ। ਤੇ ਜਿਹੜਾ ਹੁਣ ਨਵਾਂ ਸਾਡਾ ਆਮ ਆਦਮੀ ਦਾ ਇੰਚਾਰਜ ਪੰਜਾਬ ਦਾ ਬਣਿਆ ਹੈ, ਵਾਜਪਾਈ ਜੀ, ਉਸ ਨੇ ਕਿਹਾ ਹੈ ਕਿ ਇਹ ਸੈਣੀ ਨੇ ਸਾਡਾ ਇੰਡੀਆ ਬਚਾਤਾ, ਨਹੀਂ ਤਾਂ ਇਹ ਸਿੱਖਾਂ ਨੇ ਬਿਲਕੁਲ ਅਲੱਗ ਹੋ ਜਾਣਾ ਸੀਗਾ ਜੀ। ਸੋ ਇਹਦਾ ਮਤਲਬ ਹੈ ਇਹਨੂੰ ਆਪਣਾ ਹੀਰੋ ਸਮਝਦੇ ਹੈ, ਜਿਵੇਂ ਹਿੰਦੂ ਸੁਭਾਸ਼ ਚੰਦਰ ਬੋਸ ਨੂੰ ਸਮਝਦੇ ਹੈ, ਗਾਂਧੀ ਨੂੰ ਸਮਝਦੇ ਹੈ, ਹੋਰਾਂ ਨੂੰ ਸਮਝਦੇ ਹੋ। ਇਹ ਅੱਜ ਹਿੰਦੂਤਵਾ ਦਾ ਇੱਕ ਬਹੁਤ ਹੀਰੋ ਹੈ। ਇਹਦੇ ਨਾਲ ਹੀ ਜਿਹੜੇ ਜੱਜਾਂ ਦੀ ਸੋਚ ਹੈ ਉਹ ਵੀ ਉਹ ਹਿੰਦੂਤਵਾ ਵੱਲ ਚਲੀ ਗਈ ਹੈ, ਅਤੇ ਇਹੋ ਜਿਹੇ ਟੇਢੇ ਪੁੱਠੇ ਉਹ
ਆਪਣੀਆਂ ਜਜਮੈਂਟਸ ਤੇ ਫੈਸਲੇ ਦੇ ਰਹੇ ਆ। ਜੀ, ਦੂਜੇ ਪਾਸੇ ਮਾਨ ਸਾਹਿਬ ਜਿਹੜੇ ਬਿਆਨ ਆ ਰਹੇ ਨੇ ਬੀਜੇਪੀ ਦੇ ਆਗੂਆਂ ਵੱਲੋਂ, ਖਾਸ ਕਰਕੇ ਜਿਹੜੇ ਪੰਜਾਬ ਦੇ ਆਗੂ ਨੇ, ਹਰਜੀਤ ਗਰੇਵਾਲ ਹੋਣ ਚਾਹੇ ਸੁਰਜੀਤ ਕੁਮਾਰ ਜੈਣੀ ਹੋਣ, ਉਹ ਕਹਿੰਦੇ ਵੀ ਸਰਕਾਰ ਤਾਂ ਸਾਡੀ ਬਣੂਗੀ, 117 ਦੀਆਂ 17 ਸੀਟਾਂ 'ਤੇ ਅਸੀਂ ਉਮੀਦਵਾਰ ਖੜੇ ਕਰਾਂਗੇ, ਵੀ ਸਰਕਾਰ ਅਸੀਂ ਬਣਾਵਾਂਗੇ ਕਲੀਅਰ ਕੱਟ। ਤੁਹਾਨੂੰ ਲੱਗਦਾ ਗਾ ਵੀ ਸਰਕਾਰ ਬਣਾ ਜਾਣਗੇ, ਜਾਂ ਜਿਹੜੇ ਉਹਨਾਂ ਦੇ ਪੁੱਠੇ ਸਿੱਧੇ ਹੋਰ ਵੀ ਬਿਆਨ ਆਉਂਦੇ ਰਹਿੰਦੇ, ਤੁਹਾਨੂੰ ਲੱਗਦਾ ਵੀ ਉਹੋ ਜਿਹੇ ਬਿਆਨ ਰਾਜਨੀਤੀ ਦੇ ਵਿੱਚ ਦੇਣੇ ਚਾਹੀਦੇ ਨੇ? ਦੇਖੋ, ਕਿਉਂ ਕਰਕੇ ਇਹ ਕੱਟੜਵਾਦੀ ਹਿੰਦੂਤਵਾਦੀ ਪਾਰਟੀ ਹੈ। ਅੰਗਰੇਜ਼ੀ ਦੀਆਂ ਅਖਬਾਰਾਂ ਅਤੇ ਪੰਜਾਬੀ ਦੀਆਂ, ਹਿੰਦੀ ਦੀਆਂ ਅਖਬਾਰਾਂ ਜੀ ਇਹਨਾਂ ਨੂੰ ਚੱਕੀ ਜਾਂਦੀਆਂ, ਜੀ ਇਹਨਾਂ ਦੀਆਂ ਖਬਰਾਂ ਦੇਈ ਜਾਂਦੀਆਂ। ਜੀ ਜਿਹੜਾ ਤੁਸੀਂ ਹੁਣ ਜਰਨਲਿਸਟ ਹੋ, ਤੁਹਾਨੂੰ ਪਤਾ ਹੈ ਇਹ ਤਾਂ ਕਿਸੇ ਸੜਕ ਦੇ ਉੱਤੇ ਨਹੀਂ ਖੜੇ ਹੋ ਸਕਦੇ। ਲੋਕ ਇਹਨਾਂ ਤੋਂ ਇੰਨੀ ਨਫ਼ਰਤ ਕਰਦੇ ਹੈ ਕਿ ਇਹ ਤਾਂ ਭੱਜੇ ਫਿਰਦੇ। 117 ਸੀਟਾਂ ਦੇ ਉੱਤੇ ਬੰਦੇ ਕਿੱਥੇ ਲੱਭਣਗੇ ਇਹ? ਹੁਣ ਇਹਨਾਂ ਨੇ ਨਵੀਂ ਸਟ੍ਰੈਟਜੀ ਪੈਦਾ ਕੀਤੀ ਹੈ ਕਿ ਜਿਹੜਾ ਇਹਨਾਂ ਦਾ ਜੋਸ਼ੀ ਅੰਮ੍ਰਿਤਸਰ ਦਾ MLA ਅਤੇ ਵਜ਼ੀਰ ਵੀ ਰਿਹਾ, ਉਸ ਨੂੰ ਬਾਦਲ ਦਲ ਦੇ ਵਿੱਚ ਭੇਜ ਦਿੱਤਾ ਹੈ। ਸੋ ਬਾਦਲ ਦਲ ਦੇ ਵਿੱਚ ਭੇਜ ਕੇ ਆਪਣੇ BJP ਦੇ ਬੰਦੇ ਇਹ ਕੋਸ਼ਿਸ਼ ਕਰ ਰਹੇ ਹੈ ਕਿ ਅਸੀਂ ਬਾਦਲ ਦਲ ਦੀ ਟਿਕਟ ਦੇ ਉੱਤੇ ਪੁਰਾਣੇ BJP ਦੇ ਕੱਟੜਵਾਦੀ ਲੋਕ ਉੱਥੇ ਖੜੇ ਕਰ ਦਈਏ। ਜੀ, ਜਿਹੜੀ ਮਾਨ ਸਾਹਿਬ ਪਿਛਲੇ ਦਿਨੀ ਰਾਜਨੀਤਿਕ ਪਾਰਟੀਆਂ ਦੇ ਨਾਲ ਇੱਕ ਮੀਟਿੰਗ ਹੋਈ ਹੈ 32 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿਖੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਜਿਹੜਾ ਕਿਸਾਨ ਆਗੂਆਂ ਵੱਲੋਂ ਫੈਸਲਾ ਲਿਆ ਗਿਆ ਵੀ ਚੋਣ ਪ੍ਰਚਾਰ ਨਹੀਂ ਹੋਣਾ ਜਿੰਨਾ ਟਾਈਮ ਚੋਣ ਜਾਬਤਾ ਲਾਗੂ ਨਹੀਂ ਹੁੰਦਾ, ਰੈਲੀਆਂ ਤੇ ਪਾਬੰਦੀ ਲਾਈ ਆ, ਉਹ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਮੈਂ ਤਾਂ ਸਮਝਦਾ ਕਿ ਲੋਕਾਂ ਦੀ ਜਿਹੜੀ ਇਹ ਨਿਗਾਹ ਹੈ ਜੀ, ਜੇ ਇਹ ਬਾਦਲ ਕੇ BJP, ਕਾਂਗਰਸ, ਆਮ ਆਦਮੀ ਪਾਰਟੀ ਰੈਲੀ ਕਰੂਗੀ ਜੀ ਅਤੇ ਲੋਕਾਂ ਦਾ ਜਿਹੜਾ ਫੋਕਸ ਹੈ ਹੋਰ ਪਾਸੇ ਜਾਊਗਾ। ਇਹ ਬਹੁਤ ਅੱਛਾ ਫੈਸਲਾ ਕੀਤਾ ਹੈ ਜੀ, ਬਹੁਤ ਸੂਝਵਾਨ ਫੈਸਲਾ ਹੈ, ਕਿਉਂ ਕਰਕੇ ਇਸੇ ਕਮੇਟੀ ਨੇ ਕਿਹਾ ਕਿ ਜਿਹੜਾ ਬਰਗਾੜੀ ਦਾ ਮੋਰਚਾ ਹੈ, ਧਰਮ ਦਾ ਮੋਰਚਾ ਹੈ, ਉਹ ਅਕਾਲੀ ਦਲ ਅੰਮ੍ਰਿਤਸਰ ਦਾ ਚੱਲਦਾ ਰਹੂਗਾ। ਜੀ ਸੋ ਸਾਡੇ ਉੱਤੇ ਕੋਈ ਪਾਬੰਦੀ ਨਹੀਂ। ਇਸ ਕਰਕੇ 18 ਤਰੀਕ ਨੂੰ ਪੂਰੇ 10 ਸਾਲ ਹੋ ਜਾਣਗੇ ਕਿ ਸਾਡੇ ਪਾਰਲੀਮੈਂਟ SCPC ਦੇ ਇਲੈਕਸ਼ਨ ਨਹੀਂ ਹੋਏ, ਅਤੇ ਅਸੀਂ ਇੱਕ ਬਹੁਤ ਵੱਡਾ ਇਕੱਠ ਅੰਮ੍ਰਿਤਸਰ 18 ਨੂੰ ਕਰ ਰਹੇ ਹਾਂ ਜੀ ਲੋਕਾਂ ਨੂੰ ਦੱਸਣ ਨੂੰ ਕਿ ਸਾਡੇ ਸਿੱਖਾਂ ਦਾ ਜਮਹੂਰੀਅਤ ਹੱਕ ਕਿਉਂ ਹਿੰਦੂਤਵਾ ਨੇ ਲੈ ਲਿਆ। ਤੁਹਾਨੂੰ ਲੱਗਦਾ ਗਾ ਵੀ ਜਿਹੜੇ ਚਾਹੇ ਉਹ ਰਵਾਇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ, ਕਾਂਗਰਸ ਦੀ ਗੱਲ ਕਰ ਲਈਏ, ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਤੁਹਾਨੂੰ ਲੱਗਦਾ ਵੀ ਇਹ ਮੁੱਦਿਆਂ ਦੀ ਰਾਜਨੀਤੀ ਕਰ ਰਿਹਾ? ਕਈ ਲੋਕ ਇੱਥੋਂ ਤੱਕ ਕਹਿੰਦੇ ਆ ਵੀ ਇੱਥੇ ਤੱਕ ਵੀ ਲੀਡਰਾਂ ਦੇ ਬਿਆਨ ਆ ਗਏ ਵੀ ਜਿਹੜੀਆਂ 2022 ਦੀਆਂ ਇਲੈਕਸ਼ਨਾਂ ਹੋਣੀਆਂ ਗਈਆਂ ਉਹ ਫੇਸ ਦੇਖ ਕੇ ਲੋਕ ਵੋਟਾਂ ਪਾਉਣਗੇ, ਚਿਹਰੇ ਨੂੰ ਵੋਟ ਪਊਗੀ। ਮੁੱਦਿਆਂ ਵਾਲੀ ਗੱਲ ਤਾਂ ਫਿਰ ਮਾਨ ਸਾਹਿਬ ਪਿੱਛੇ ਰਹਿ ਗਈ, ਮੁੱਦਿਆਂ ਦੀ ਗੱਲ ਤਾਂ ਕੋਈ ਕਰ ਹੀ ਨਹੀਂ ਰਿਹਾ। ਮੁੱਦਾ ਤਾਂ ਇਹਨਾਂ ਦੇ ਕੋਲ ਹੈ ਹੀ ਨਹੀਂ ਜੀ। ਇਹ ਜਾਂ ਤਾਂ ਦੇਖੋ, ਇਹ ਦੋਨੋਂ ਪਾਰਟੀਆਂ ਸੈਂਡ ਮੈਫੀਏ ਦੇ ਵਿੱਚ ਫਿਰ ਜਿਹੜੀਆਂ ਡਰੱਗਸ ਆਈਆਂ, ਚਿੱਟਾ ਆਇਆ ਹੈ, ਜਿਹੜੀ ਦੂਸਰੀ ਬੇਈਮਾਨੀ ਹੋ ਰਹੀ ਹੈ, ਇਹ ਸਾਰਾ ਕੁਛ ਤਾਂ ਕਰਦੇ ਰਹੇ ਹੈ ਕਿ ਬਾਦਲ ਦਲੀਆ ਨੇ ਅਸੀਂ ਰਿਪੋਰਟ ਕੀਤੀ ਸੀਗੀ ਹੁਕੂਮਤ ਨੂੰ ਕਿ ਇਹਨਾਂ ਨੇ ਇਹਦੀ ਜੜ ਬੰਨੀ ਹੈ BJP ਬਾਦਲ ਨੇ, ਅਤੇ ਇਹ ਜਿੰਨਾ ਵੀ ਚਿੱਟਾ ਪਾਕਿਸਤਾਨ ਤੋਂ ਦੂਰੋਂ ਆ ਰਿਹਾ ਸੀ, ਇਹ ਇਹਨਾਂ ਦੇ MLAs ਜਿਹੜੇ ਬਾਰਡਰ ਦੇ ਹੈਗੇ ਆ, ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਤਰਨਤਾਰਨ ਸਾਹਿਬ, ਪੱਟੀ, ਫਿਰੋਜ਼ਪੁਰ ਤੱਕ, ਇਹ ਸਾਰਿਆਂ ਨੇ ਇਹ ਬਹੁਤ ਜ਼ਿਆਦਾ ਸਮਗਲਿੰਗ ਕੀਤੀ ਹੈ। ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਇਹ ਨੈਕਸਸ, ਇਹ ਜਿਹੜੀ ਚੀਜ਼ ਆ ਤੋੜਾਂਗੇ, ਪਰ ਉਹ ਤੋੜ ਨਹੀਂ ਸਕੇ, ਕਿਉਂ ਕਰਕੇ ਬਾਦਲ ਦਲੀਆਂ ਦੇ ਅਤੇ BJP ਦੇ ਗੋਡੇ ਇੰਨੇ ਡੂੰਘੇ ਇਸ ਗੰਦ ਦੇ ਵਿੱਚ ਫਸੇ ਹੋਏ ਹੈ ਕਿ ਨਾ ਤਾਂ ਉਹ ਛੱਡ ਸਕਦੇ ਹੈ, ਅਤੇ ਜਿਹੜੇ ਕਾਂਗਰਸ ਦੇ MLA ਜਿਨ੍ਹਾਂ ਨੇ ਇਹਨਾਂ ਨੂੰ ਅਟਕਾਉਣਾ ਸੀਗਾ, ਉਹਨਾਂ ਨੂੰ ਉਹ ਪੈਸੇ ਦੇਈ ਜਾਂਦੇ ਹੈ, ਅਤੇ ਉਹਨਾਂ ਨੂੰ ਤਾਂ ਬਗੈਰ ਕਿਸੇ ਕੰਮ ਕਰਨ ਤੋਂ ਪੈਸੇ ਮੰਥਲੀ ਮਿਲੀ ਜਾਂਦੇ ਆ ਬਾਦਲ ਦਲੀਆਂ ਤੋਂ। ਸੋ ਇਸ ਕਰਕੇ ਕਾਂਗਰਸ ਵੀ ਚੁੱਪ ਕਰ ਗਈ ਹੈ। ਜੀ ਮਾਨ ਸਾਹਿਬ, ਜਿਹੜੀ ਤੁਸੀਂ ਆਹ ਗੋਡੇ ਫਸਣ ਵਾਲੀ ਗੱਲ ਕੀਤੀ ਹੈ, ਕੀ ਇਹ ਗੱਲ ਸੁਮੇਧ ਸਿੰਘ ਸੈਣੀ ਤੇ ਵੀ ਲਾਗੂ ਹੁੰਦੀ ਹੈ ਵੀ ਇਹਨਾਂ ਲੀਡਰਾਂ ਦੇ ਜਾਂ ਜਿਹੜੇ ਉੱਚ ਅਹੁਦਿਆਂ ਤੇ ਲੋਕ ਰਹੇ ਆ, ਜਦੋਂ ਸੁਮੇਧ ਸਿੰਘ ਸੈਣੀ ਉੱਚ ਅਹੁਦੇ ਤੇ ਸੀਗਾ, ਵੀ ਉਹਦੇ ਕੋਲੇ ਰਾਜ ਹੀ ਬੜੇ ਹੋਣ, ਵੀ ਉਹਨੂੰ ਤਾਂ ਹੀ ਨਹੀਂ ਜੇਲ੍ਹ 'ਚ ਡੱਕਿਆ ਜਾਂਦਾ, ਕੋਈ ਉਸ ਹਿਸਾਬ ਨਾਲ ਇਨਵੈਸਟੀਗੇਸ਼ਨ ਨਹੀਂ ਹੋ ਰਹੀ? ਤੁਹਾਨੂੰ ਲੱਗਦਾ ਵੀ ਇਹ ਗੱਲ ਹੈਗੀ ਹੈ? ਪਰ ਇਹ ਮਤਸਵੀ ਹੈ ਕਿ ਕਿਉਂ ਕਰਕੇ ਉਹ ਕੱਟੜ ਹਿੰਦੂ ਪ੍ਰੂਵ ਹੋ ਚੁੱਕੇ ਹੈ ਸਿੱਖਾਂ ਨੂੰ ਮਾਰ ਕੇ, ਜਿਵੇਂ ਇਹ ਆਮ ਆਦਮੀ ਪਾਰਟੀ ਵਾਜਪਾਈ ਨੇ ਕਿਹਾ ਹੈ। ਇਹ ਭਾਵਨਾ ਸਾਰੇ ਹਿੰਦੂ ਜੱਜਿਸ ਦੇ ਵਿੱਚ, ਸੈਂਟਰ ਦੇ ਵਿੱਚ
ਹੈਗੀ ਹੈ ਕਿ ਇਹ ਸਾਡਾ ਹੀਰੋ ਹੈ, ਗਾਂਧੀ ਹੈ, ਸੁਭਾਸ਼ ਚੰਦਰ ਬੋਸ ਹੈ, ਤੇ ਇਹਨੂੰ ਅਸੀਂ ਫਸਣ ਨਹੀਂ ਦੇਣਾ ਹੈਗਾ। ਜੀ ਇਹ ਤਸਵੀਰ ਜੀ ਮਾਨ ਸਾਹਿਬ, ਜਿਹੜੀ ਤੁਸੀਂ ਅੱਜ ਇੱਥੇ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਹੈ, ਇਹਦੇ ਬਾਰੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦੱਸ ਦਿਓ ਵੀ ਇਹ ਕੀ ਮੁੱਦਾ ਸੀਗਾ, ਕਿਉਂ ਕਰਨੀ ਪਈ ਪ੍ਰੈਸ ਕਾਨਫਰੰਸ? ਇਹ ਪ੍ਰੈਸ ਕਾਨਫਰੰਸ ਤਾਂ ਕਰਨੀ ਪਈ ਕਿਉਂ ਕਰਕੇ 10 ਸਾਲ ਤੋਂ ਸਾਡਾ ਜਿਹੜਾ ਜਮਹੂਰੀਅਤ ਦਾ ਹੱਕ ਹੈ ਸਿੱਖਾਂ ਦਾ, ਉਹ ਸਾਥੋਂ ਹਿੰਦੂਤਵਾ ਨੇ ਖੋ ਬੈਠੇ ਹੈ। ਤੇ ਸਾਡੀ ਜਿਹੜੀ ਪਾਰਲੀਮੈਂਟ ਸਭ ਤੋਂ ਪੁਰਾਣੀ ਏਸ਼ੀਆ ਦੇ ਵਿੱਚ STPC ਹੈ, ਉਹਦੇ ਵੋਟ, ਉਹਦੇ ਇਲੈਕਸ਼ਨ 10 ਸਾਲਾਂ ਤੋਂ ਨਹੀਂ ਹੋ ਰਹੇ, ਤੇ 18 ਤਰੀਕ ਨੂੰ ਪੂਰੇ 10 ਸਾਲ ਹੋ ਜਾਣਗੇ ਕਿ ਜਦੋਂ ਸਿੱਖਾਂ ਨੂੰ ਜਮਹੂਰੀਅਤ ਤੋਂ ਵਾਂਝੇ ਕੀਤਾ ਗਿਆ। ਇਸ ਕਰਕੇ ਅਸੀਂ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਹੋ ਰਹੀ ਹੈ। ਬਰਗਾੜੀ ਦਾ ਮਸਲਾ 2015 'ਚ ਚੱਲਿਆ ਸੀਗਾ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਹੈ। ਅੱਜ 6 ਸਾਲ ਹੋ ਗਏ ਹੈ, ਪਰ ਅਜੇ ਤੱਕ ਨਾ ਸੈਂਟਰ ਨੇ ਨਾ ਪੰਜਾਬ ਨੇ ਡੱਕਾ ਨਹੀਂ ਤੋੜਿਆ ਕਿ ਜਿਹੜੇ ਵੈਰੀ ਨੇ, ਜਿਹੜੇ ਮੁਲਜ਼ਮ ਨੇ, ਬਾਦਲ, ਸੁਖਬੀਰ, ਸੌਦਾ ਸਾਧ, ਰਾਮ ਰਹੀਮ ਤੇ ਸੈਣੀ, ਉਹਨਾਂ ਨੂੰ ਫੜਿਆ ਤੱਕ ਨਹੀਂ ਹੈ। ਸੋ ਇਹ ਬਹੁਤ ਗੰਭੀਰ ਮਸਲਾ ਹੈ। ਦੂਸਰੇ ਪਾਸੇ ਹੁਣ 4 ਅਗਸਤ ਨੂੰ ਇਸੇ ਸਾਲ ਪਾਕਿਸਤਾਨ ਦੇ ਇੱਕ ਕਸਬੇ ਦੇ ਵਿੱਚ ਗਣੇਸ਼ ਜੀ ਦਾ ਮੰਦਿਰ ਸੀਗਾ, ਉਹ ਮੁਸਲਮਾਨਾਂ ਦੀ ਭੀੜ ਨੇ ਆ ਕੇ ਉਹਨੂੰ ਫਨਾਹ ਕਰਤਾ, ਤੋੜਤਾ। ਗਣੇਸ਼ ਜੀ ਦੀਆਂ ਜਿਹੜੇ ਬੁੱਤ ਸੀਗੇ ਉਹ ਤੋੜ ਕੇ ਭੰਨਤੇ। ਤੇ ਅੱਜ ਪਾਕਿਸਤਾਨ ਤੋਂ ਖਬਰ ਆਈ ਹੈ ਕਿ ਉਹਨਾਂ ਨੇ 85 ਮੁਲਜ਼ਮ ਫੜ ਲਏ ਹੈ, ਤੇ ਟੈਰਰਿਸਟ ਕੋਰਟ, ਜਿਹੜੀ ਦਹਿਸ਼ਤਗਰਦੀ ਦੀ ਇਹ ਅਦਾਲਤ ਹੈ, ਉਹਦੇ ਅੱਗੇ ਉਹਨਾਂ ਨੂੰ ਪੇਸ਼ ਕਰਤਾ ਹੈ। ਤੇ ਦਹਿਸ਼ਤਗਰਦੀ ਦੀ ਜਿਹੜੀ ਅਦਾਲਤ ਹੈ, ਫਾਂਸੀ ਦੀ ਸਜ਼ਾ ਵੀ ਦੇ ਸਕਦੀ ਹੈ। ਜੇ ਪਾਕਿਸਤਾਨ ਇੰਨਾ ਗੰਭੀਰ ਹੋ ਕੇ ਮੁਲਜ਼ਮਾਂ ਨੂੰ ਫੜ ਰਿਹਾ ਹੈ ਜਿਨ੍ਹਾਂ ਨੇ ਕਿਸੇ ਧਰਮ ਦੀ ਬੇਅਦਬੀ ਕੀਤੀ ਹੈ, ਤੇ ਫਿਰ ਇੰਡੀਆ ਦੇ ਵਿੱਚ ਕੀ ਹੈ ਕਿ ਜੱਜ ਵੀ ਉਹੋ ਜਿਹਾ ਫੈਸਲਾ ਦੇ ਰਹੇ ਹੈ ਕਿ ਤਫਤੀਸ਼ ਹੀ ਨਹੀਂ ਹੋਊਗੀ 2 ਸਾਲ, ਔਰ ਸੈਣੀ ਨੂੰ ਖੁੱਲ੍ਹ ਹੋਊਗੀ, ਉਹ ਬਾਹਰ ਦੇ ਮੁਲਕਾਂ 'ਚ ਚਲਿਆ ਜਾਵੇ। ਇਹਦਾ ਮਤਲਬ ਹੈ ਕਿ ਇਹ ਜਿਹੜੇ ਜੱਜ ਨੇ ਫੈਸਲਾ ਕੀਤਾ ਹੈ, ਇਹਦਾ ਮਤਲਬ ਹੈ ਕਿ ਉਹਨੇ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਸੈਣੀ ਨੂੰ ਕਿ ਤੂੰ ਇੱਥੇ ਬਚ ਤਾਂ ਸਕਦਾ ਨਹੀਂ, ਤੇ ਤੈਨੂੰ ਮੈਂ ਮੌਕਾ ਦਿੰਦਾ ਕਿ ਤੂੰ ਫਰਾਰ ਹੋ ਜਾ। ਤੇਰੇ ਕੋਲ ਅੰਨੇ ਧੁੰਦ ਦਾ ਪੈਸਾ ਹੈਗਾ, ਜਿਹੜਾ ਮੈਨੂੰ ਲੱਗਦਾ ਹੈ ਇਸ ਨੇ ਇਸ ਜੱਜ ਨੂੰ ਵੀ ਖੁਆਤਾ ਹੈ, ਤੇ ਇਹ ਬਾਹਰ ਜਾ ਕੇ ਆਪਣੀ ਜ਼ਿੰਦਗੀ ਬਹੁਤ ਆਰਾਮ ਦੇ ਨਾਲ ਬਸ ਰਹਿ ਸਕਦਾ ਉੱਥੇ। ਜੀ ਮਾਨ ਸਾਹਿਬ, ਜਿਹੜੀ ਇੱਕ ਕਰਨਾਲ ਘਟਨਾ ਹੁੰਦੀ ਹੈ, ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੁੰਦਾ ਹੈਗਾ, SDM ਦੀ ਵੀ ਤੁਸੀਂ ਵੀਡੀਓ ਦੇਖੀ ਹੋਣੀ ਆ, ਤੁਸੀਂ ਖੁਦ ਅਫਸਰ ਰਹੇ ਹੋ। ਉਦੋਂ ਬਾਅਦ ਉਹੋ ਜਿਹੀ ਹੀ ਇੱਕ ਘਟਨਾ ਹੁੰਦੀ ਆ ਪੰਜਾਬ 'ਚ, ਮੋਗਾ 'ਚ ਘਟਨਾ ਹੁੰਦੀ ਹੈ ਕਿਸਾਨਾਂ ਨੂੰ ਕੁੱਟਿਆ ਜਾਂਦਾ। ਇਹ ਕਿਵੇਂ ਤੁਸੀਂ ਦੇਖਦੇ ਹੋ? ਮੈਂ ਤਾਂ ਸਮਝਦਾ ਜੀ, ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਇਸ ਤਰ੍ਹਾਂ ਜਿਹੜੇ ਮਾਸਟਰ ਸਾਡੇ ਪ੍ਰੋਟੈਸਟ ਕਰ ਰਹੇ ਹੈ, ਜਿਹੜੇ ਹੋਰ ਬੇਰੁਜ਼ਗਾਰ ਕਰ ਰਹੇ ਹੈ, ਜਿਨ੍ਹਾਂ ਨੂੰ ਨੌਕਰੀਆਂ ਵੀ ਮਿਲੀਆਂ, ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਉਹਨਾਂ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਲਾਠੀ ਚਾਰਜ ਪੰਜਾਬ ਦੇ ਵਿੱਚ ਵੀ ਹੋ ਰਹੇ ਹੈ। ਤੇ ਇਹ ਸਾਡੀ ਪਾਰਟੀ ਸਹਿਣ ਨਹੀਂ ਕਰੂਗੀ, ਤੇ ਅਸੀਂ ਚਾਹੁੰਦੇ ਹਾਂ ਕਿ ਇਹ ਮਸਲੇ ਹੱਲ ਹੋਣ। ਇੱਕ ਮਸਲਾ ਜਿਹੜਾ ਇਹ ਬਹੁਤ ਵੱਡਾ ਗੌਰਮੈਂਟ ਤੇ ਲੋਕ ਸਮਝਦੇ ਹੈ, ਉਹ ਕਹਿੰਦੇ ਆ ਜੀ ਗੈਂਗਸਟਰਸ ਬਹੁਤ ਹੋ ਗਏ। ਸਾਡੀ ਪਾਰਟੀ ਜਦੋਂ ਪਾਵਰ 'ਚ ਆ ਗਈ, ਅਸੀਂ ਇੱਕ ਕਮਿਸ਼ਨ ਬਣਾਵਾਂਗੇ। ਇਹ ਜਿਨ੍ਹਾਂ ਨੂੰ ਗੈਂਗਸਟਰ ਕਹਿੰਦੇ ਉਹ ਕਮਿਸ਼ਨ ਦੇ ਅੱਗੇ ਆਉਣਗੇ ਤੇ ਉਹ ਦੱਸਣਗੇ ਐਫੀਡੇਵਿਟ ਦੇ ਕੇ ਕਿ ਅਸੀਂ ਕਿਉਂ ਇਹੋ ਜਿਹੇ ਧੰਦੇ ਦੇ ਵਿੱਚ ਪਏ ਹਾਂ, ਤੇ ਅਸੀਂ ਉਹਨਾਂ ਦਾ ਮੁੜ ਵਸੇਵਾ ਕਰਾਂਗੇ, ਤੇ ਜਿਹੜਾ ਕਿ ਉਹ ਆਪਣੀਆਂ ਜ਼ਿੰਦਗੀਆਂ ਅਮਨ ਪਸੰਦ ਤਰੀਕੇ ਦੇ ਨਾਲ ਤੇ ਸੱਚ ਦੇ ਨਾਲ ਉਹ ਬਤੀਤ ਕਰ ਸਕਣ। ਜੀ ਮਾਨ ਸਾਹਿਬ, ਇੱਕ ਮੈਂ ਹੋਰ ਸਵਾਲ ਲੈਣਾ ਚਾਹੂੰ। ਜਿਵੇਂ ਬਗਰਾੜੀ ਤੁਸੀਂ ਮੋਰਚੇ ਤੇ ਬੈਠੇ ਹੋ, ਉਹੋ ਜਿਹਾ ਇੱਕ ਧਰਨਾ ਜਾਂ ਇੱਕ ਮੋਰਚਾ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਅੱਗੇ, ਸਿਸਮਾ ਅੱਗੇ ਕਿਉਂ ਨਹੀਂ ਲਾਉਂਦੇ, ਜਾਂ ਉਹਨਾਂ ਦੀ ਕੋਠੀ ਅੱਗੇ ਜਾਂ ਪਟਿਆਲੇ ਮਹਿਲਾਂ ਅੱਗੇ ਕਿਉਂ ਨਹੀਂ ਲੱਗਦਾ? ਇਹ ਤਾਂ ਨਹੀਂ ਮੈਂ ਦੱਸ ਸਕਦਾ ਜੀ। ਇਹ ਤਾਂ ਇਹ ਜ਼ਿਮੀਂਦਾਰਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਪੁੱਛੋ, ਉੱਥੇ ਕਿਉਂ ਨਹੀਂ ਲਾਉਂਦੇ ਹੈਗੇ। ਨਹੀਂ, ਤੁਸੀਂ ਜੇ ਆਪਾਂ ਗੱਲ ਕਰਦੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਨਸ਼ੇ ਨੂੰ ਲੈ ਕੇ, ਵੀ ਨਸ਼ਾ ਖਤਮ ਕਰ ਦਾਂਗੇ, ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਪਿੱਛੇ ਸਿੱਟਾਂਗੇ, ਤੁਸੀਂ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਬਗਰਾੜੀ ਬੈਠੇ ਹੋ, ਵੀ ਇੱਕ ਉੱਥੇ ਕਿਉਂ ਨਹੀਂ ਹੋਣਾ ਚਾਹੀਦਾ ਤੁਹਾਡੀ ਪਾਰਟੀ ਵੱਲੋਂ? ਸਾਡੇ ਕੋਲੇ ਇੰਨੀ ਪਾਵਰ ਨਹੀਂ ਹੈਗੀ, ਇੰਨਾ ਇਹ ਮਾਇਆ ਨਹੀਂ ਹੈ
ਜੀ। ਕਿ ਅਸੀਂ ਕਿਤੇ ਕਿਤੇ ਲਾ ਦਈਏ। ਇੱਕ ਬੇਗੋਵਾਲ ਤਾਂ ਲੱਗਿਆ ਹੋਇਆ ਜਿਹੜਾ 328 ਮਹਾਰਾਜ ਦੇ ਸਰੂਪ SGPC ਨੇ ਗਵਾਤੇ ਹੈ, ਤੇ SGPC ਦੇ ਪ੍ਰਧਾਨ ਦੇ ਘਰ ਦੇ ਅੱਗੇ ਇੱਕ ਮੋਰਚਾ ਲੱਗਿਆ, 2 ਲੱਗੇ ਹੋਏ ਹੈ। ਇਹ ਤੋਂ ਜ਼ਿਆਦਾ ਸਾਡੇ ਕੋਲ ਕਪੈਸਿਟੀ ਹੈ ਨਹੀਂ ਗੀ ਕਿ ਅਸੀਂ ਥਾਂ ਥਾਂ ਮੋਰਚੇ ਲਾ ਦਈਏ। ਮੈਂ ਤੁਹਾਨੂੰ ਪਿਛਲੀ ਵਾਰ ਵੀ ਇੱਕ ਡਾਲਰਾਂ ਵਾਲਾ ਸਵਾਲ ਪੁੱਛਿਆ ਸੀ, ਲੋਕ ਫੇਰ ਕਹਿ ਦਿੰਦੇ ਕਮੈਂਟਾਂ 'ਚ ਵੀ ਬੜਾ ਆਇਆ ਵੀ ਮਾਇਆ ਤਾਂ ਬੜੀ ਆ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਕੋਲੇ, ਤੇ ਤੁਸੀਂ ਕਹਿ ਰਹੇ ਹੋ ਵੀ ਮਾਇਆ ਹੈ ਨਹੀਂ ਸਾਡੇ ਕੋਲੇ। ਉਹ ਫਿਰ ਮੈਂ ਜਰਨਲਿਸਟ ਦੇ ਉੱਤੇ ਬਹੁਤ ਖਰਚਾ ਕਰਦਾ ਜੀ। ਇਹਨਾਂ ਨੂੰ ਇਹ ਡਰਾਮੇ ਦਿਖਾਉਂਦਾ ਹੈ, ਚੰਗੇ ਹੋਟਲਸ ਦੇ ਵਿੱਚ ਠਹਿਰਾਉਂਦਾ ਹੈ। ਮੇਰਾ ਪੈਸਾ ਸਾਰਾ ਇਹ ਪ੍ਰੈਸ 'ਤੇ ਖਰਚ ਹੋ ਜਾਂਦਾ ਹੈ। ਜਿਵੇਂ ਅੱਜ ਵੀ ਹੈਗਾ, ਤੇ ਪੈਸਾ ਜਰਨਲਿਸਟਸ ਬਹੁਤ ਲੈ ਜਾਂਦੇ ਹੈ, ਕਰਪਸ਼ਨ ਬਹੁਤ ਹੋ ਜਾਂਦੀ ਹੈ, ਤੇ ਮੇਰੇ ਕੋਲੇ ਤਾਂ ਢੇਲਾ ਨਹੀਂ ਰਹਿੰਦਾ ਅਸੀਂ ਤਾਂ ਕਦੇ ਲੈਤੇ ਨਹੀਂ ਜੀ ਕਿਸੇ ਤੋਂ। ਇਹ ਤਾਂ ਰੱਬ ਜਾਣੇ ਲਏ ਨਹੀਂ ਲਏ ਤਾਂ ਰੱਬ ਜਾਣੇ। ਤੁਹਾਨੂੰ ਤਾਂ ਪਤਾ ਹੀ ਹੋਊ ਜੀ, ਅਸੀਂ ਤਾਂ ਹੱਥੋਂ ਪਰ ਮੇਰਾ ਮਤਲਬ ਹੈ ਕਿ ਮੇਰਾ ਪੈਸਾ, ਤੁਸੀਂ ਸਵਾਲ ਪੁੱਛਿਆ, ਮੈਂ ਦੱਸਿਆ ਜੀ ਕਿ ਜਰਨਲਿਸਟਸ ਨੂੰ ਖਵਾਉਣ ਪਿਆਉਣ ਤੇ ਲੱਗ ਜਾਂਦਾ ਹੈ, ਤੇ ਇਸ ਤਰ੍ਹਾਂ ਖਰਚ ਹੋ ਜਾਂਦਾ ਹੈ। ਜੀ ਮੈਂ ਇੱਕ ਹੋਰ ਜਾਨਣਾ ਚਾਹੂੰਗਾ ਵੀ 117 ਹਲਕੇ ਨੇ ਪੰਜਾਬ ਦੇ ਵਿੱਚ, 117 ਦੇ ਉੱਤੇ ਮਾਨ ਦਲ ਜਾਂ ਆਪਾਂ ਕਹਿ ਦਈਏ ਅੰਮ੍ਰਿਤਸਰ ਮਾਨ ਇਲੈਕਸ਼ਨਸ ਲੜੂਗਾ? ਹਾਂ ਲੜਾਂਗੇ ਅਸੀਂ, ਸਾਡੀ ਪੂਰੀ ਤਿਆਰੀ ਹੈ ਜੀ। ਸਾਡੇ ਤਾਂ ਇਹ ਮੀਟਿੰਗਾਂ ਹੋ ਚੁੱਕੀਆਂ, ਉਹਨਾਂ ਦੇ ਵਿੱਚ ਕਰੀਬ 30 ਕੈਂਡੀਡੇਟ ਤੈਅ ਵੀ ਹੋ ਗਏ ਹੈ, ਤੇ ਬਾਕੀ ਦੇ ਵੀ ਹੋ ਜਾਣਗੇ ਜੀ। ਕਿਉਂ ਕਰਕੇ ਦੂਜੀ ਪਾਰਟੀ ਦੇ ਕੋਲ ਕੋਈ ਏਜੰਡਾ ਹੈ ਨਹੀਂ, ਨਾ ਤਾਂ ਖੇਤੀਬਾੜੀ ਦੇ ਉੱਤੇ ਹੈ, ਨਾ ਉਹਨਾਂ ਦਾ ਬਾਰਡਰ ਖੋਲ੍ਹਣ ਦੇ ਉੱਤੇ ਹੈ, ਨਾ ਉਹਨਾਂ ਦਾ ਧਰਮ ਦਾ ਉੱਤੇ ਹੈਗਾ, ਨਾ ਉਹਨਾਂ ਅਮਾਨ ਦੇ ਉੱਤੇ ਹੈਗਾ, ਆਰਥਿਕ ਸਥਿਤੀ ਦੇ ਉੱਤੇ ਹੈ ਨਹੀਂ ਗਾ, ਤੇ ਕੋਈ ਵੀ ਮੁੱਦਾ ਕਿਸੇ ਪਾਰਟੀ ਕੋਲੇ ਨਹੀਂ ਹੈ ਸਿਵਾਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ। ਇਲੈਕਸ਼ਨ ਲੜਨ ਲਈ ਵੀ ਮਾਨ ਸਾਹਿਬ ਕਿਹਾ ਜਾਂਦਾ ਵੀ ਕਾਫੀ ਪੈਸਾ ਪੂਸਾ ਚਾਹੀਦਾ, ਫਿਰ ਕਿਵੇਂ ਗੱਲ ਬਣੂ? ਹਾਂ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੇ ਇਹ ਹੁਣ ਕੈਨੇਡਾ ਤੇ ਅਮਰੀਕਾ ਦੇ ਸਿੱਖ ਹੈ, ਉਹ ਮੈਨੂੰ ਪਤਾ ਲੱਗਿਆ ਕਿ ਇਹ ਹਰੇਕ ਟਰੱਕ ਦੇ ਮਾਲਕ ਤੋਂ, ਤੇ ਸਾਡੇ 2 ਸਿੱਖਾਂ ਦੇ ਕਿੱਤੇ ਹੈ, ਇੱਕ ਤਾਂ ਟਰਾਂਸਪੋਰਟ ਹੈ, ਇੱਕ ਖੇਤੀਬਾੜੀ ਹੈ ਜੀ, ਤੇ ਜਿੰਨੇ ਵੀ ਟਰਾਂਸਪੋਰਟਰ ਹੈ, ਇੱਕ ਟਰੱਕ ਪਿੱਛੇ ਉਹਨਾਂ ਨੇ ਪਿੱਛੇ ਆਮ ਆਦਮੀ ਪਾਰਟੀ ਦੇ ਲਈ $2,000 ਇਕੱਠਾ ਕੀਤਾ ਸੀਗਾ, ਤੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੀਗਾ। ਤੇ ਤੁਹਾਨੂੰ ਵੀ ਪਤਾ ਹੈ ਕਿ ਕਿੰਨਾ ਪੈਸਾ ਬਚ ਗਿਆ ਹੈ, ਤੇ ਕਿੰਨਾ ਇਹਨਾਂ ਨੇ ਖਰਚਿਆ ਹੈ। ਤੇ ਮੇਰੀਆਂ ਤਾਂ ਕੈਨੇਡਾ ਤੇ ਅਮਰੀਕਾ ਦੇ ਸਿੱਖਾਂ ਨੇ ਜ਼ਮਾਨਤਾਂ ਵੀ ਜ਼ਬਤ ਕਰਾਤੀਆਂ। ਇੱਕ ਪਾਸੇ ਭਗਵੰਤ ਮਾਨ ਨੂੰ ਜਿਤਾਤਾ, ਅੰਮ੍ਰਿਤਸਰ ਮੈਂ ਲੜਿਆ ਸੀ, ਇੱਕ ਸਾਧ ਨੂੰ ਖੜਾ ਕਰਤਾ, ਤੇ ਇਸ ਤਰ੍ਹਾਂ ਸਿੱਖ ਬਾਹਰ ਦੇ ਬਹੁਤ ਪੈਸਾ ਖਰਚ ਰਹੇ ਹੈ ਹਿੰਦੂਤਵਾ ਦੇ ਹਿੱਤ ਦੇ ਵਿੱਚ। ਤੁਸੀਂ ਐਂ ਤਾਂ ਨਾ ਕਹੋ ਬਾਹਰ ਵਾਲੇ ਤੁਹਾਨੂੰ ਵੀ ਬੜਾ ਪੈਸਾ ਭੇਜਦੇ ਆ। ਤੁਹਾਨੂੰ ਥੋੜ੍ਹੇ ਬਹੁਤਾ ਇਹ ਹੋਊਗਾ, ਪਰ ਮੈਂ ਤੁਹਾਨੂੰ ਦੱਸਿਆ ਮੇਰਾ ਖਰਚਾ ਬਹੁਤ ਹੈ ਪ੍ਰੈਸ ਦੇ ਉੱਤੇ, ਤੇ ਇਹ ਉਹਦੇ 'ਤੇ ਮੇਰਾ ਚਲਿਆ ਜਾਂਦਾ ਹੈ। ਜੇ ਮੈਂ ਇਲੈਕਸ਼ਨਾਂ ਲਈ ਲੈਣਾ ਹੋਊਗਾ, ਤੁਹਾਨੂੰ ਅਪੀਲ ਕਰੂੰਗਾ ਕਿ ਇਲੈਕਸ਼ਨਾਂ ਦੇ ਲਈ ਵੀ ਬਾਹਰ ਦੇ ਸਿੱਖਾਂ ਨੂੰ ਅਪੀਲ ਕਰੋ ਕਿ ਮੈਨੂੰ ਹੁਣ ਪੈਸਾ ਭੇਜਣਾ ਸ਼ੁਰੂ ਕਰਨ। ਤੁਹਾਨੂੰ ਕੀ ਲੱਗਦਾ 2022 ਦੇ ਵਿੱਚ ਕਿਸ ਦੀ ਸਰਕਾਰ ਆਉਣ ਵਾਲੀ ਹੈ? ਕੀ ਦੇਖਦੇ ਹੋ ਸਾਰੀਆਂ ਪਾਰਟੀਆਂ ਨੂੰ? ਦੇਖੋ ਤੁਸੀਂ ਜਰਨਲਿਸਟ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਸ ਨੇ ਆਪਣਾ ਅਖਲਾਕ ਨਹੀਂ ਗਵਾਇਆ, ਲੋਕਾਂ ਦੀ ਸੇਵਾ ਕਰਦਾ ਹੈ ਔਰ ਲੋਕਾਂ ਦੇ ਲਈ ਝਗੜਦਾ ਹੈ, ਲੜਦਾ ਹੈ, ਮਰਦਾ ਹੈ, ਤੇ ਸਾਡੀ ਪਾਰਟੀ ਦੇ ਬਹੁਤ ਅੱਛੇ ਚਾਂਸਸ ਹੈ ਕਿ ਅਸੀਂ ਐਤਕੀ ਬਹੁਤ ਸੀਟਾਂ ਲੈ ਕੇ ਜਾਵਾਂਗੇ। ਪਰ ਤੁਹਾਨੂੰ ਲੱਗਦਾ ਵੀ ਤੁਸੀਂ ਉਵੇਂ ਲੋਕਾਂ ਦਾ ਟਰਸਟ ਵੀ ਜਿੱਤਿਆ ਹੈਗਾ? ਲੋਕਾਂ ਦਾ ਟਰਸਟ ਨਹੀਂ ਤੁਸੀਂ ਜਿੱਤ ਸਕੇ ਉਵੇਂ, ਵੋਟ ਪਰਸੈਂਟੇਜ ਆਈ ਵਾਰ ਘਟ ਜਾਂਦਾ ਹੈਗਾ, ਕਾਰਨ ਕੀ ਰਹਿੰਦਾ ਹੈਗਾ? ਮੈਂ ਦੱਸਿਆ ਤਾਂ ਹੈ ਕਿ ਜਿਹੜੇ ਕੈਨੇਡਾ ਤੇ ਅਮਰੀਕਾ ਦੇ ਸਿੱਖਾਂ ਨੇ ਪੈਸਾ ਬਹੁਤ ਸਾਡੇ ਖਿਲਾਫ ਖਰਚ ਕੀਤਾ ਹੈਗਾ, ਤੇ ਹੁਣ ਮੇਰੇ ਕੋਲ ਤਾਂ ਕੋਈ ਗਨਮੈਨ ਹੈ ਨਹੀਂ, ਤੁਸੀਂ ਦੇਖਦੇ ਹੋ, ਤੇ ਦੂਜੇ ਤਾਂ ਲੱਦੇ ਪਏ ਆ ਗਨਮੈਨਾਂ ਨਾਲ। ਉਹ ਡਰਦੇ ਕਿਉਂ ਲੋਕਾਂ ਤੋਂ? ਜੇ ਉਹ ਸਿਆਸਤ ਦੇ ਵਿੱਚ ਹੈਗੇ ਹੈ ਤੇ ਖੁੱਲ੍ਹੇ ਆਮ ਫਿਰਨ ਲੋਕਾਂ ਦੇ ਵਿੱਚ, ਪਰ ਉਹ ਤਾਂ ਫਿਰਦੇ ਹੀ ਨਹੀਂ ਹੈ। ਸਿਵਾਏ ਸਾਡੀ ਪਾਰਟੀ ਤੋਂ ਕੋਈ ਪਾਰਟੀ ਇਸ ਤਰ੍ਹਾਂ ਫਿਰ ਨਹੀਂ ਸਕਦੀ ਲੋਕਾਂ ਦੇ ਵਿੱਚ। ਤੇ ਤੁਸੀਂ ਕਹਿੰਦੇ ਹੋ ਕਿ ਸਾਡਾ ਮੇਲ ਹੈ ਨਹੀਂ ਲੋਕਾਂ ਦੇ ਨਾਲ, ਬਹੁਤ ਜ਼ਿਆਦਾ ਮੇਲ ਹੈ। ਅੱਜ ਜਿਵੇਂ ਅਸੀਂ ਪਹਿਲੀ ਵਾਰੀ ਇੱਕ ਬੀਬੀ ਪੇਸ਼ ਕੀਤੀ ਹੈ ਜਿਹਦੇ ਘਰ ਵਾਲੇ ਨੂੰ ਸੈਣੀ ਨੇ 1990 ਦੇ ਵਿੱਚ ਮਾਰਤਾ ਸੀ, ਜਦੋਂ ਅਸੀਂ ਉਹਦੇ ਘਰ ਦੇ ਅੱਗੇ ਧਰਨਾ ਦਿੱਤਾ ਸੀ। ਸਾਡਾ ਜਥੇਦਾਰ ਸੀ, ਇਸ ਨੇ ਬੜੀ ਬੁਰੀ ਤਰ੍ਹਾਂ ਉਹਨੂੰ ਤਸ਼ੱਦਦ ਦੇ ਨਾਲ ਕੁੱਟਿਆ,
ਤੇ ਉਹਨੂੰ ਜੇਲ੍ਹ ਦੇ ਵਿੱਚ ਦੇਤਾ ਤੇ ਅਸੀਂ ਮੁਜ਼ਾਹਰਾ ਕੀਤਾ ਤੇ ਸਮੇਤ ਸੈਣੀ ਨੇ ਗੋਲੀ ਵੀ ਸਾਡੇ ਉੱਤੇ ਚਲਾਈ, ਸਾਡੇ ਤੇ ਲਾਠੀਚਾਰਜ ਵੀ ਕੀਤਾ, ਮੇਰੇ ਕੱਪੜੇ ਵੀ ਪਾੜ ਤੇ ਮੈਂ ਹਸਪੀਟਲ ਦੇ ਵਿੱਚ ਵੀ ਚੰਡੀਗੜ੍ਹ ਦਾਖਲ ਹੋਇਆ, ਮੇਰੇ ਪਿਸ਼ਾਬ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਸੀਗਾ ਤੇ ਸਾਰਾ ਕੁਛ। ਤੇ ਇਹ ਤਾਂ ਕਦੇ ਕਿਸੇ ਨੇ ਦੱਸਿਆ ਨਹੀਂ, ਅੱਜ ਬੀਬੀ ਸਾਰਿਆਂ ਦੇ ਸਾਹਮਣੇ ਪੇਸ਼ ਹੋਈ ਹੈ ਤੇ ਉਹਨੇ ਦੱਸਿਆ ਕਿ 1990 'ਚ ਉਹਦਾ ਘਰ ਵਾਲਾ ਕਿਵੇਂ ਤਸੀਹੇ ਦੇ ਕੇ ਸੈਣੀ ਨੇ ਮਾਰਤਾ ਸੀਗਾ। ਜੀ ਮਾਨ ਸਾਹਿਬ ਤੁਸੀਂ ਸਮਾਂ ਦਿੱਤਾ, ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਇਹ ਸੀ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾ ਪ੍ਰਧਾਨ। ਸੋ ਇਹਨਾਂ ਨੇ ਇੱਥੋਂ ਤੱਕ ਵੀ ਕਿਹਾ ਗਾ ਵੀ ਜਿਹੜੀ 2022 ਦੀ ਇਲੈਕਸ਼ਨ ਆ ਉਹਦੇ 'ਚ ਅੰਮ੍ਰਿਤਸਰ ਅਕਾਲੀ ਦਲ ਦੀ ਦਾਅਵੇਦਾਰੀ ਮਜ਼ਬੂਤ ਰਹਿਣ ਵਾਲੀ ਹੈ ਤੇ 117 ਦੀਆਂ 17 ਸੀਟਾਂ ਦੇ ਉੱਤੇ ਅਸੀਂ ਚੋਣ ਵੀ ਲੜਾਂਗੇ। ਅੱਗੇ ਫਿਰ ਹੋਵਾਂਗੇ ਹਾਜ਼ਰ ਕਿਸੇ ਹੋਰ ਸਿਆਸੀ ਆਗੂ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।